ਜਾਤ ਵਰਨ ਕੀ ਕਾਨ ਤਜ ਮਿਲੇ ਖਾਲਸੇ ਸੰਗ। ਆਪਣੀ ਜਾਤੀ ਤੇ ਵਰਨ ਦਾ ਹੰਕਾਰ ਛੱਡ ਕਰਕੇ ਖਾਲਸੇ ਵਿੱਚ ਮਿਲ ਜਾਵੇ। ਚਾਹੇ ਕੋਈ ਨੀਵੀਂ ਜਾਤ ਦਾ, ਚਾਹੇ ਕੋਈ ਉੱਚੀ ਜਾਤ ਦਾ ਹੈ, ਨੀਵੀਂ ਜਾਤ ਦੀ ਗਲੀਨਤਾ ਛੱਡ ਦੇਵੇ ਜੇ ਗੁਰੂ ਕਾ ਅੰਮ੍ਰਿਤ ਛਕਿਆ। ਉੱਚੀ ਜਾਤ ਦਾ ਅਮਮਾਨ ਛੱਡ ਦੇਵੇ ਜੇ ਗੁਰੂ ਕਾ ਅੰਮ੍ਰਿਤ ਛਕਿਆ। ਫਿਰ ਆਪਣੇ ਆਪ ਨੂੰ ਨੀਵੀਆਂ ਜਾਤੀਆਂ ਵਿੱਚੋਂ ਜਾਂ ਉੱਚੀਆਂ ਜਾਤੀਆਂ ਵਿੱਚੋਂ ਨਾ ਜਾਣੇ। ਇੱਕ ਨਿਰੋਲ ਗੁਰੂ ਕਾ ਖਾਲਸਾ ਆਪਣੇ ਆਪ ਨੂੰ ਸਮਝਣਾ ਕਰੇ। ਗੁਰਬਾਣੀ ਸੋ ਪ੍ਰੇਮ ਕਰ ਮਨ ਰਪ ਕੂੜਾ ਰੰਗ। ਗੁਰਬਾਣੀ ਦੇ ਨਾਲ ਐਸਾ ਪਿਆਰ ਕਰੇ ਕਿ ਆਪਣੇ ਮਨ ਨੂੰ ਰੱਬੇ ਭਾਵ ਰੰਗ ਲਵੇ ਨਾਮ ਦੇ ਰੰਗ ਨਾਲ। ਗੁਰਬਾਣੀ ਨਾਲ ਆਪਣੇ ਸਰੀਰ ਤੋਂ ਵੀ ਵੱਧ ਪਿਆਰ ਕਰੇ। ਆਪਣੇ ਮਨ ਨੂੰ ਗੂੜਾ ਰੰਗ, ਜਿਹੜਾ ਚੂੜਾ ਰੰਗ ਹੈ ਜਿਹੜਾ, ਉਹ ਆਪਣੇ ਮਨ ਨੂੰ ਗੁਰਬਾਣੀ ਪੜ ਪੜ ਕੇ ਝਾੜਨਾ ਕਰੇ। ਅਮਰੋ ਹੈ ਉਪਦੇਸ਼ ਅਸ ਜੋ ਧਾਰ ਹੈ ਸੁਖ ਪਾਏ। ਸਾਡਾ ਐਸਾ ਉਪਦੇਸ਼ ਹੈ ਖਾਲਸਾ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਧਾਰੇਗਾ ਉਹ ਸੁਖ ਪਾਵੇਗਾ, ਜਿਹੜਾ ਇਸ ਉਪਦੇਸ਼ ਨੂੰ ਕਮਾਵੇਗਾ ਉਹ ਸਦਾ ਸੁਖੀ ਰਹੇਗਾ। ਵਧੇ ਖਾਲਸਾ ਜਗਤ ਮਹਿ ਸਭ ਅਵਨੀ ਪਰਛਾਏ। ਮਹਾਰਾਜ ਸਾਹਿਬ ਜੀ ਨੇ ਅੱਗੋਂ ਬਚਨ ਕਹੇ ਨੇ, ਭਵਿੱਖਤ ਬਚਨ ਕਹਿੰਦੇ ਹੋਏ ਸਤਿਗੁਰੂ ਕਹਿ ਰਹੇ ਨੇ, ਸਾਡਾ ਖਾਲਸਾ ਇੰਨਾ ਵਧੇਗਾ ਸਾਰੀ ਅਵਨੀ ਧਰਤੀ ਦੇ ਉੱਤੇ ਛਾ ਜਾਵੇਗਾ। ਵਧੇ ਪੰਥ ਬਲ ਧਰਮ ਨਹਿ ਜਾਵਿਦ ਕਲ ਕਾ ਧਰਮ। ਪਰ ਕਲਯੁਗ ਦੇ ਅੰਦਰ ਇਹੋ ਜਿਹਾ ਮਹਾਰਾਜ ਕਹਿੰਦੇ ਨੇ ਵਰਤਾਰਾ ਵਰਤੇਗਾ। ਖਾਲਸਾ ਵਧੇਗਾ ਤਾਂ ਬਹੁਤ, ਪਰ ਮਹਾਰਾਜ ਕਹਿੰਦੇ ਧਰਮੀ ਬਹੁਤ ਘੱਟ ਹੋਣਗੇ। ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਸਮੇਂ ਦੇ ਇਹ ਬਚਨ ਕਹੇ। 100 ਸਾਖੀ ਦੇ ਵਿੱਚ ਇਹ ਸਾਖੀ ਆਉਂਦੀ ਹੈ ਸਤ ਸੰਗਤ ਜੀ। ਗਰੀਬ ਨਵਾਜ ਸਤਿਗੁਰੂ ਕਹਿੰਦੇ ਨੇ ਖਾਲਸਾ ਧਰਤੀ ਦੇ ਉੱਤੇ ਫੈਲ ਜਾਵੇਗਾ, ਪਰ ਖਾਲਸਾ ਜੀ ਧਰਮੀ ਬਹੁਤ ਘੱਟ ਹੋਣਗੇ। ਬਾਹਰੋਂ ਵਿਖਾਵੇ ਦਾ ਹੀ ਜਿਹੜਾ ਖਾਲਸਾ ਹੈ ਨਾ ਉਹ ਦਿਖਾਈ ਦੇਵੇਗਾ। ਵਰਤ ਹੈ ਸਗਲ ਜਹਾਨ ਮਹਿ ਮਿਲਾ ਜਾਣੈ ਮਰਮ। ਸਾਰੇ ਜਹਾਨ ਦੇ ਅੰਦਰ ਇਹ ਭਾਣਾ ਵਰਤੇਗਾ, ਪਰ ਕੋਈ ਵਿਰਲਾ ਇਸ ਮਰਮ ਨੂੰ, ਇਸ ਭੇਦ ਨੂੰ ਜਾਣ ਸਕੇਗਾ ਕਿ ਗੁਰੂ ਕਾ ਖਾਲਸਾ ਅਸਲ ਵਿੱਚ ਹੁੰਦਾ ਕੀ ਹੈ, ਖਾਲਸ ਦੇ ਅਰਥ ਕੀ ਹਨ, ਖਾਲਸਾ ਕੀ ਹੈ, ਗੁਰੂ ਸਾਹਿਬ ਨੇ ਕਿਹੋ ਜਿਹਾ ਖਾਲਸਾ ਸਿਰਜਿਆ ਸੀ। ਕੋਈ ਵਿਰਲਾ ਇਸ ਮਰਮ ਨੂੰ, ਇਸ ਭੇਦ ਨੂੰ ਜਾਣੇਗਾ। ਮਹਾਰਾਜ ਕਹਿੰਦੇ ਅਧਰਮੀ ਹੋ ਜਾਣਗੇ, ਬਾਹਰੋਂ ਵੇਖਣ ਨੂੰ ਖਾਲਸੇ ਹੋਣਗੇ ਪਰ ਧਰਮ ਕੋਲ ਨਹੀਂ ਹੋਵੇਗਾ। ਕਰਤਾ ਹੁਕਮ ਹੋਏ ਹਮੈ ਤਬ ਕਲ ਜੋਰੇ ਹਾਥ। ਸੱਚੇ ਪਾਤਸ਼ਾਹ ਮਹਾਰਾਜ ਜੀ ਭਰੀ ਹੋਈ ਸਭਾ ਦੇ ਵਿੱਚ ਆਪਣੇ ਖਾਲਸੇ ਨੂੰ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਸ ਸਮੇਂ ਸਾਨੂੰ ਹੁਕਮ ਹੋਇਆ ਨਾ ਪੰਥ ਪ੍ਰਗਟ ਕਰਨ ਦਾ, ਤਾਂ ਕਲਯੁਗ ਨੇ ਸਿਰ ਤੇ ਸਮੇਂ ਸਾਡੇ ਕੋਲ ਆ ਕਰਕੇ ਹੱਥ ਜੋੜ ਨਾ ਕੀਤੇ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਕਲਯੁਗ ਦੀ ਵਾਰਤਾ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਆਉਂਦੀ ਹੈ। ਇੱਥੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਲਯੁਗ ਦੇ ਕੁਝ ਵਰਤਾਰੇ ਦੀ ਬਾਬਤ ਦੱਸ ਰਹੇ ਹਨ ਕਿ ਜਿਸ ਸਮੇਂ ਸਾਨੂੰ ਪੰਥ ਪ੍ਰਗਟ ਕਰਨ ਦਾ ਹੁਕਮ ਹੋਇਆ, ਕਿਉਂਕਿ ਮਹਾਰਾਜ ਜੀ ਨੇ ਆਪਣੀ ਕਲਮ ਨਾਲ ਲਿਖਿਆ ਹੈ ਕਿ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ। ਸੱਚੇ ਪਾਤਸ਼ਾਹ ਮਹਾਰਾਜ ਨੇ ਐਸੇ ਸ਼੍ਰੀ ਮੁਖਵਾਕ ਆਪਣੀ ਕਲਮ ਨਾਲ ਲਿਖੇ ਨੇ, ਠਾਂਡ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਹੁਕਮ ਕੀਤਾ ਪੰਥ ਦੇ ਪ੍ਰਗਟ ਕਰਨ ਦਾ, ਤਾਂ ਮਹਾਰਾਜ ਕਹਿੰਦੇ ਕਲਯੁਗ ਨੇ ਤੇ ਸਮੇਂ ਆ ਕਰਕੇ ਹੱਥ ਜੋੜਨਾ ਕੀਤੇ। ਰਾਜ ਤੁਮਾਰੋ ਵੇਰ ਹਮੈ ਪੰਥ ਕੇ ਸਾਥ। ਮਹਾਰਾਜ ਜੀ ਮੇਰੇ ਰਾਜ ਕਾਲ ਦੇ ਸਮੇਂ ਆਪ ਜੀ ਦਾ ਰਾਜ ਹੋਣਾ। ਸੱਚੇ ਪਾਤਸ਼ਾਹ ਮਹਾਰਾਜ ਕਲਯੁਗ ਦੇ ਵਿੱਚ ਤੁਹਾਡਾ ਰਾਜ ਪ੍ਰਗਟ ਹੋਇਆ ਹੈ। ਮੇਰੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਪੰਥ ਪ੍ਰਗਟ ਕਰ ਰਹੇ ਹੋ। ਜੰਗਨਾਥ ਦੀ ਠੌਰ ਮਹਿ ਦਵਾਰਕਾ ਮਹਿ ਰਣਛੋਰ। ਇਹ ਤੇ ਸਮੇਂ ਕਲਯੁਗ ਮਹਾਰਾਜ ਜੀ ਨੂੰ ਕੀ ਕਹਿੰਦਾ? ਕਹਿੰਦਾ ਜਗਨਨਾਥ ਦੇ ਵਿੱਚ, ਦਵਾਰਕਾਪੁਰੀ ਵਿੱਚ ਜਿੱਥੇ ਕ੍ਰਿਸ਼ਨ ਜੀ ਨੂੰ ਰਣਛੋਰ ਕਿਹਾ ਜਾਂਦਾ, ਕਹਿੰਦਾ ਇੱਥੇ ਵੀ ਮੇਰੀ ਪੂਜਾ ਹੁੰਦੀ ਹੈ। ਕਾਂਚੀ ਵਿਸ਼ਵਾਨਾਥ ਮਹਿ ਕੁਰ ਮਹਿ ਧਰਮ ਨਿਬੋਰ। ਜਿਹੜੇ ਧਰਮ ਨੂੰ ਮੰਨਣ ਵਾਲੇ ਲੋਕ ਹੈ ਨਾ, ਕਾਂਸ਼ੀ ਵਿੱਚ ਵਿਸ਼ਵਾਨਾਥਪੁਰੀ ਦੇ ਅੰਦਰ ਮਹਾਰਾਜ ਇਹ ਸਭ ਹੀ ਮੇਰੀ ਮਾਨਤਾ ਕਰਦੇ ਹਨ। ਐਸੇ ਤੁਮ ਮਮ ਰਾਖਿਓ ਸਗਲ ਕਰੋਗਾ ਰਾਜ। ਮਹਾਰਾਜ ਤਿਸ ਤਰ੍ਹਾਂ ਤੁਸੀਂ ਵੀ ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਕੁਝ ਮਾਣ ਵਡਿਆਈ ਦਿਓ, ਮੈਨੂੰ ਵੀ ਆਪਣੇ ਪੰਥ ਦੀ ਸੇਵਾ ਬਖਸ਼ੋ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਮੂਜਬ ਵੀ ਕੋਈ ਸੇਵਾ ਦਿਓ, ਇਉਂ ਮਹਾਰਾਜ ਮੈਨੂੰ ਵੀ ਮਾਣ ਪ੍ਰਾਪਤ ਹੋਵੇਗਾ। ਸਗਲ ਲੋਕ ਮੈਂ ਜਾਣਿਓ ਮੋਰ ਤੁਮਾਰੋ ਰਾਜ। ਸਾਰੇ ਲੋਕ ਵਿੱਚ ਮਹਾਰਾਜ ਇਸ ਗੱਲ ਨੂੰ ਹੁਣ ਜਾਣਿਆ ਗਿਆ ਹੈ ਕਿ ਕਲਯੁਗ ਦੇ ਵਿੱਚ ਆਪ ਜੀ ਪੰਥ ਪ੍ਰਗਟ ਕਰ ਰਹੇ ਹੋ। ਤਬ ਹਮ ਐਸੇ ਕਿਹੋ ਤਹਿ ਤੁਮਕੋ ਕਰਨੀ ਸਿੱਧ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਖਾਲਸਾ ਜੀ ਅਸੀਂ ਕਲਯੁਗ ਨੂੰ ਪੁੱਛਿਆ ਕਿ ਤੇਰੀ ਕਰਨੀ ਕੀ ਹੋਵੇਗੀ, ਤੂੰ ਕੀ ਕਰੇਗਾ, ਆਪਣੇ ਸਮੇਂ ਵਿੱਚ ਤੇਰਾ ਕਿਹੋ ਜਿਹਾ ਪ੍ਰਭਾਵ ਹੋਵੇਗਾ।
ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਸਾ ਦੀ ਵਾਰ ਦੇ ਅੰਦਰ ਵੀ ਇਹਦੇ ਲੱਛਣ ਕਹੇ ਨੇ। ਮਹਾਰਾਜ ਨੇ ਬਾਕੀ ਯੁੱਗਾਂ ਦਾ ਜ਼ਿਕਰ ਕੀਤਾ ਤੇ ਕਲਯੁਗ ਦਾ ਜ਼ਿਕਰ ਆਇਆ ਤਾਂ ਸਤਿਗੁਰੂ ਨੇ ਕਿਹਾ ਕਲਯੁਗ ਰਥ ਹੈ ਅਗਨ ਕਾ, ਕੂੜ ਅੱਗਾ ਰਥ ਵਾਹੋ। ਮਹਾਰਾਜ ਕਹਿੰਦੇ ਕਲਯੁਗ ਜਿਹੜਾ ਨਾ ਇਹ ਅੱਗ ਦਾ ਰਥ ਹੈ ਤੇ ਝੂਠ ਅੱਗੇ ਰਥਵਾਹੀ ਬਣ ਕਰਕੇ ਇਸ ਨੂੰ ਚਲਾ ਰਿਹਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸ਼੍ਰੀ ਮੁਖ ਵਾਕ ਹਨ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਲਯੁਗ ਦੇ ਕੁਝ ਲੱਛਣ ਜਿਹੜੇ ਆ ਸਤਿਗੁਰੂ ਨੇ ਆਪਣੀ ਬਾਣੀ ਵਿੱਚ ਕਹੇ ਨੇ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਨੇ, ਜਿਨ੍ਹਾਂ ਨੂੰ ਸਾਧ ਸੰਗਤ ਜੀ ਸੁਣਨਾ ਤੇ ਕਹਿਣਾ ਬੜਾ ਔਖਾ ਹੁੰਦਾ ਹੈ। ਪਰ ਸਤਿਗੁਰੂ ਜੀ ਨੂੰ ਕਲਯੁਗ ਕਹਿ ਰਿਹਾ ਹੈ। ਜਿਵੇਂ ਸਾਧ ਸੰਗਤ ਜੀ ਇੱਕ ਟੂਕ ਮਾਤਰ ਸੇ ਆਪ ਜੀ ਨੇ ਸਮਝਣ ਦਾ ਯਤਨ ਕਰਨਾ, ਕਿਉਂਕਿ ਕਈਆਂ ਗੱਲਾਂ ਦਾ ਖੁਲਾਸਾ ਨਹੀਂ ਹੋ ਸਕਦਾ ਹੁੰਦਾ। ਸਿਆਣਾ ਸਤਸੰਗੀ ਇਹ ਜਿਹੜਾ ਹੈ ਆਪਣੇ ਆਪ ਹੀ ਸਮਝ ਜਾਂਦਾ ਹੈ ਕਿ ਉਪਦੇਸ਼ ਕੀ ਦੱਸਿਆ ਜਾ ਰਿਹਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੁੱਛਿਆ ਕਲਯੁਗ ਨੂੰ ਤੇਰੀ ਕਰਨੀ ਕੀ ਹੋਵੇਗੀ, ਕਿਹੋ ਜਿਹਾ ਕਰਮ ਕਮਾਵੇਂਗਾ। ਬੋਲਾ ਕਰਨੀ ਨਾਹੀ ਕੋ ਕਰੋ ਨਾਮ ਕੀ ਬਿਰਦ। ਕਹਿਣ ਲੱਗਾ ਮਹਾਰਾਜ ਕਰਨੀ ਮੇਰੀ ਕੀ ਹੋਣੀ ਹੈ, ਨਾਮ ਦੀ ਵ੍ਰਿੱਧੀ ਹੋਵੇਗੀ ਮਹਾਰਾਜ ਮੇਰੇ ਰਾਜ ਵਿੱਚ। ਨਾਮ ਜਪਣ ਵਾਲੇ ਦੇ ਉੱਤੇ ਮੇਰੀ ਸ਼ਕਤੀ ਨਹੀਂ ਚੱਲ ਸਕੇਗੀ। ਨਾਮ ਜਪਣ ਵਾਲੇ ਦਾ ਸਤਿਗੁਰੂ ਵੱਡਾ ਪ੍ਰਤਾਪ ਹੋਵੇਗਾ ਮੇਰੇ ਰਾਜ ਦੇ ਅੰਦਰ। ਇਸੇ ਕਰਕੇ ਸਤਿਗੁਰੂ ਜੀ ਨੇ ਕਿਹਾ ਹੈ ਕਿ ਕਲਯੁਗ ਜਿਹੜਾ ਸਾਰੇ ਯੁੱਗਾਂ ਵਿੱਚੋਂ ਉੱਤਮ ਹੈ। ਕਲਯੁਗ ਨੂੰ ਲੋਕ ਮਾੜਾ ਕਹਿੰਦੇ ਆ, ਕਲਯੁਗ ਨੂੰ ਬਹੁਤ ਬੁਰਾ ਕਹਿੰਦੇ ਆ ਕਿ ਇਹ ਤਾਂ ਬੜਾ ਭੈੜਾ ਹੈ। ਜਦੋਂ ਕੋਈ ਚੰਗਾ ਕਰਮ ਕਰੇ ਤੇ ਕਹਿੰਦੇ ਆ ਸਤਜੁਗੀ ਹੈ। ਪਰ ਮਹਾਰਾਜ ਨੇ ਗੁਰਬਾਣੀ ਦੇ ਅੰਦਰ ਕਲਯੁਗ ਨੂੰ ਸਭ ਤੋਂ ਉੱਤਮ ਕਿਹਾ। ਕਿਉਂ ਕਿਹਾ? ਕਿਉਂਕਿ ਕਲਯੁਗ ਦੇ ਵਿੱਚ ਨਾਮ ਦੀ ਵਡਿਆਈ ਹੈ। ਨਾਮ ਦਾ ਸਾਧ ਸੰਗਤ ਜੀ ਬੀਜ ਕਲਯੁਗ ਦੇ ਅੰਦਰ ਪ੍ਰਫੁੱਲਤ ਹੁੰਦਾ ਹੈ। ਕਲਯੁਗ ਨੇ ਕਿਹਾ ਮਹਾਰਾਜ ਮੇਰੀ ਕਰਨੀ, ਮੇਰੀ ਕਰਤੂਤ, ਮੇਰਾ ਜ਼ੋਰ ਉਸ ਉੱਪਰ ਨਹੀਂ ਚੱਲ ਸਕੇਗਾ। ਜਿਹੜਾ ਵਾਹਿਗੁਰੂ ਦੇ ਨਾਮ ਦਾ ਭਜਨੀਕ ਹੋਵੇਗਾ ਆਪਣੀ ਕਰਨੀ ਅੱਗੇ ਸਿੱਧ ਕਰਦਾ ਹੈ। ਮਲਹਿ ਕਰਾਵੋ ਵਾਪਸ ਉਤਾਰ ਪੁਰਖ ਕੋ ਚੁੱਤ। ਕਹਿਣ ਲੱਗਾ ਮਹਾਰਾਜ ਪਹਿਲੇ ਹੀ ਤਾਂ ਮੇਰੀ ਕਰਨੀ ਇਹ ਹੋਵੇਗੀ ਮੈਂ ਪੁੱਤਰ ਤੇ ਪਿਤਾ ਦੀ ਲੜਾਈ ਕਰਾਵਾਂਗਾ ਤੇ ਇਸਤਰੀ ਤੇ ਪੁਰਸ਼ ਦੀ ਮਹਾਰਾਜ ਸਾਹਿਬ ਜੀ ਜੰਗ ਕਰਾ ਦੇਵਾਂਗਾ। ਭੈਣ ਮਾਏ ਕੋ ਛੋੜ ਕੇ ਪਾਲੈ ਗ੍ਰਹਿਣ ਸੁਤ। ਆਪਣੀ ਮਾਤਾ ਦਾ, ਆਪਣੀ ਭੈਣ ਦਾ ਸਤਿਕਾਰ ਛੱਡ ਕਰਕੇ ਲੋਕ ਆਪਣੀਆਂ ਇਸਤਰੀਆਂ ਦਾ ਹੀ ਮਾਣ ਸਤਿਕਾਰ ਕਰਨਗੇ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਗੁਰਬਾਣੀ ਦੇ ਅੰਦਰ ਕਿ ਜੋਰਾਂ ਦਾ ਪੁੱਛਿਆ ਸੇ ਪੁਰਖ ਕਮਾਵਦੇ ਅਪਵਿੱਧ ਅਮੇਦ ਖਲਾ। ਜਿਹੜੇ ਸਾਧ ਸੰਗਤ ਜੀ ਗੁਰੂ ਕੇ ਉਪਦੇਸ਼ ਨੂੰ ਵੀ ਨਹੀਂ ਮੰਨਦੇ, ਗੁਰੂ ਕੀ ਬਾਣੀ ਦਾ ਉਪਦੇਸ਼ ਲੈ ਕਰਕੇ ਵੀ ਨਹੀਂ ਚੱਲਦੇ, ਇੱਕ ਵਾਸ਼ਨਾ ਦੇ ਅਧੀਨ ਬਸ ਇਸਤਰੀ ਦੇ ਕਹੇ ਲੱਗਦੇ ਆ। ਸਤਿਗੁਰੂ ਜੀ ਦਾ ਕਹਿਣ ਦਾ ਭਾਵ ਇਹ ਨਹੀਂ ਕਿ ਦੋਵੇਂ ਜੀ ਸਲਾਹ ਨਾਲ ਕੋਈ ਕਾਰਜ ਨਾ ਕਰਨ, ਪਰ ਮਹਾਰਾਜ ਸਾਹਿਬ ਜੀ ਕਹਿੰਦੇ ਆ ਕਿ ਗੁਰੂ ਉਪਦੇਸ਼ ਤੋਂ ਉਲਟ ਵੀ ਜੇ ਇਸਤਰੀ ਕਹੇ ਤਾਂ ਉਹ ਕਰ ਦੇਵੇ ਤਾਂ ਫਿਰ ਮਹਾਰਾਜ ਕਹਿੰਦੇ ਗੁਰੂ ਕਾ ਸਿੱਖ ਤਾਂ ਨਾ ਹੋਇਆ, ਫਿਰ ਇਸਤਰੀ ਦਾ ਹੀ ਸਿੱਖ ਹੋਇਆ। ਇਉਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਕਲਯੁਗ ਕਹਿੰਦਾ ਮਹਾਰਾਜ ਜਿਹੜਾ ਮਾਤਾ ਦਾ ਇਸ ਪ੍ਰਕਾਰ ਆਪਣੀ ਭੈਣ ਆਦਿਕ ਦਾ ਸਤਿਕਾਰ ਛੱਡ ਦੇਣਗੇ ਲੋਕ। ਸੁਤ ਨਾਰੀ ਸਸਰਾ ਭਜੈ ਸਾਸੂ ਭਜੇ ਜਮਾਤ। ਸੱਚੇ ਪਾਤਸ਼ਾਹ ਮਹਾਰਾਜ ਜੀ ਅੱਗੇ ਕਲਯੁਗ ਦੇ ਲੱਛਣ ਪ੍ਰਤੱਖ ਤੌਰ ਤੇ ਕਹਿੰਦੇ ਨੇ। ਸਾਧ ਸੰਗਤ ਜੀ ਗੁਰਬਾਣੀ ਦੇ ਅੰਦਰ ਵੀ ਐਸੀਆਂ ਪੰਕਤੀਆਂ ਆਉਂਦੀਆਂ। ਸਤਿਗੁਰੂ ਨੇ ਕਿਹਾ ਏ ਦੇਖੋ ਲੋਕਾ ਕਲ ਕਾ ਭਾਓ ਸੁਤ ਮੁਕਲਾਈ ਆਪਣੀ ਮਾਓ। ਕਲਯੁਗ ਦੇ ਲੱਛਣ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਹੁਰਾ ਆਪਣੀ ਨੂੰਹ ਦੇ ਨਾਲ ਸੰਬੰਧ ਕਾਇਮ ਕਰੇਗਾ। ਇਸ ਪ੍ਰਕਾਰ ਸਤਿਗੁਰੂ ਕਹਿੰਦੇ ਹਨ ਨੂੰਹਾਂ ਦਾ ਐਸਾ ਸੁਭਾਅ ਹੋਵੇਗਾ ਪਤੀ ਨੂੰ ਛੱਡ ਕਰਕੇ ਹੋਰ ਦੇ ਉੱਤੇ ਨਿਗਾਹ ਹੋਵੇਗੀ। ਦਾਸ ਭਜੈ ਭੂਪਤ ਜੁਗਤ ਵਿਪਰਨ ਉਪਜੈ ਸ਼ਾਂਤ। ਵਿਪਰਨ ਬ੍ਰਾਹਮਣ ਜਿਹੜੇ ਸ਼ੂਦਰਾਂ ਵਾਲੇ ਕੰਮ ਕਰਨ ਲੱਗ ਪੈਣਗੇ। ਸੱਚੇ ਪਾਤਸ਼ਾਹ ਮਹਾਰਾਜ ਨੂੰ ਕਲਯੁਗ ਕਹਿੰਦਾ ਮਹਾਰਾਜ ਕਿਸੇ ਨੂੰ ਵੀ ਮਨ ਅੰਦਰ ਸ਼ਾਂਤੀ ਨਹੀਂ ਉਪਜੇਗੀ। ਧਰਮ ਦੇ ਕਰਮ ਕਰਨ ਵਾਲੇ ਵੀ ਬਾਹਰੋਂ ਪਖੰਡ ਕਰਨਗੇ, ਅੰਦਰ ਧਰਮ ਨਹੀਂ ਹੋਵੇਗਾ। ਸ਼ੂਦਰ ਨੇਮ ਦਾ ਜੀਵ ਦੇ ਵਿਪਰਹਿ ਦੇ ਤਤਕਾਰ। ਵੇਦਾਂ ਦਾ ਜਿਹੜਾ ਪਾਠ ਹੈ ਨਾ ਬ੍ਰਾਹਮਣਾਂ ਨੂੰ ਤਰਕਾਰ ਦੇਣਗੇ, ਗਿਆਨੀਆਂ ਨੂੰ ਤਰਕਾਰ ਦੇਣਗੇ ਤੇ ਸ਼ੂਦਰਾਂ ਕੋਲੋਂ ਪਾਪੀਆਂ ਕੋਲੋਂ ਆ ਕਰਕੇ ਮਹਾਰਾਜ ਉਹ ਵੇਦਾਂ ਦੇ ਪਾਠ ਲੋਕ ਸੁਣਿਆ ਕਰਨਗੇ। ਉਪਕਾਰੀ ਸੂਝੇ ਨਹੀਂ ਬਹੁਤੇ ਬੰਧੈ ਵਿਕਾਰ। ਪਰਉਪਕਾਰ ਨਹੀਂ ਮੇਰੇ ਸਮੇਂ ਵਿੱਚ ਕਿਸੇ ਨੂੰ ਸੁਝੇਗਾ, ਸਾਰਿਆਂ ਨੂੰ ਵਕਾਰਾਂ ਦੇ ਬੰਨਣ ਵਿੱਚ ਪਾ ਕਰਕੇ ਮਾਰਾਂਗਾ। ਸੱਚੇ ਪਾਤਸ਼ਾਹ ਜੀ ਨੂੰ ਕਲਯੁਗ ਕਹਿੰਦਾ ਮਹਾਰਾਜ ਪਰਉਪਕਾਰ ਨਹੀਂ ਕਿਸੇ ਨੂੰ ਸੁਝਣ ਦਿਆਂਗਾ। ਕਲਯੁਗ ਦੇ ਸਮੇਂ ਵਿੱਚ ਕੌਣ ਪਰਉਪਕਾਰ ਕਰਦਾ? ਇੱਕ ਕਦਮ ਵੀ ਕੋਈ ਪੁੱਟਦਾ ਤੇ ਸੋਚਦਾ ਇਹਦੇ ਵਿੱਚ ਮੈਨੂੰ ਕੀ ਲਾਭ ਹੋਣਾ, ਮੇਰਾ ਫਾਇਦਾ ਕੀ ਹੋਵੇਗਾ ਇਸ ਦੇ ਅੰਦਰ। ਸਤਿਗੁਰੂ ਪਾਤਸ਼ਾਹ ਨੂੰ ਕਲਯੁਗ ਕਹਿੰਦਾ ਮਹਾਰਾਜ ਪਰਉਪਕਾਰ ਨਹੀਂ ਕੋਈ ਕਰ ਸਕੇਗਾ ਮੇਰੇ ਰਾਜ ਕਾਲ ਦੇ ਅੰਦਰ, ਸਾਰਿਆਂ ਨੂੰ ਵਕਾਰਾਂ ਦੇ ਬੰਨਣ ਵਿੱਚ ਬੰਨ ਕੇ ਮਾਰ ਦੇਵਾਂਗਾ। ਪੁੱਤਰ ਜਣੇ ਨਾਰੀ ਭਲੀ ਕੰਨਿਆ ਜਨਨੀ ਦੂਤ।
ਦੂਰ। ਫਿਰ ਮਹਾਰਾਜ ਕਹਿੰਦੇ ਨੇ, ਮਹਾਰਾਜ ਨੂੰ ਕਹਿੰਦਾ ਕਲਯੁਗ ਸੱਚੇ ਪਾਤਸ਼ਾਹ ਜੀ, ਜਿਹੜੀ ਇਸਤਰੀ ਪੁੱਤਰ ਨੂੰ ਜਨਮ ਦੇਵੇਗੀ ਉਹਨੂੰ ਤਾਂ ਸਤਿਕਾਰ ਦੇਵੇਗਾ ਸਮਾਜ, ਜਿਹੜੀ ਇਸਤਰੀ ਲੜਕੀ ਨੂੰ ਜਨਮ ਦੇਵੇਗੀ ਸਾਰਾ ਸਮਾਜ ਉਹਨੂੰ ਧਰਕਾਰਾਂ ਪਾਇਆ ਕਰੇਗਾ। ਮੇਰੇ ਰਾਜ ਕਾਲ ਦੇ ਸਮੇਂ ਵਿੱਚ ਉਹ ਇਸਤਰੀ ਜੇ ਇਸਤਰੀ ਨੂੰ ਹੀ ਜਨਮ ਦੇ ਰਹੀ ਹੈ ਤਾਂ ਸਾਰੇ ਉਹਨੂੰ ਧਰਕਾਰਾਂ ਪਾਉਣਗੇ। ਪੁੱਤਰ ਨੂੰ ਜਨਮ ਦੇਣ ਵਾਲੀ ਇਸਤਰੀ ਦਾ ਸਤਿਕਾਰ ਕਰਿਆ ਕਰਨਗੇ। ਇਹੋ ਜਿਹਾ ਵਰਤਾਰਾ ਵਰਤਾ ਦੇਵਾਂਗਾ। ਸੋ ਸਮਝਾਵੇ ਬਾਪ ਕੋ ਨੋ ਕਹਿ ਸਾਸੂ ਪੂਰ। ਤਾਂ ਇਸ ਪ੍ਰਕਾਰ ਕਲਯੁਗ ਕਹਿੰਦਾ ਹੈ ਜਿਹੜਾ ਪੁੱਤਰ ਹੈ ਆਪਣੇ ਪਿਤਾ ਨੂੰ ਸਮਝਾਵੇਗਾ, ਮਤ ਆਪਣੇ ਪਿਤਾ ਨੂੰ ਪੁੱਤਰ ਦੇਵੇਗਾ, ਤੇ ਨੂੰ ਸੱਸ ਨੂੰ ਸਮਝਾਵੇਗੀ, ਉਮਰ ਦਾ ਤਕਾਜ਼ਾ ਨਹੀਂ ਰਹੇਗਾ। ਜਾਂ ਪਿਤਾ ਨੇ ਇਸ ਪ੍ਰਕਾਰ ਪੁੱਤਰ ਨੂੰ ਜਨਮ ਦਿੱਤਾ ਹੈ ਤਾਂ ਇਹ ਨਹੀਂ ਪੁੱਤਰ ਕਹੇਗਾ ਕਿ ਮੇਰੇ ਤੋਂ ਪਹਿਲਾਂ ਕੋਈ ਪਿਤਾ ਦਾ ਜਨਮ ਹੋਇਆ ਹੈ, ਉਹਦੀ ਉਮਰਾਂ ਦੇ ਕਰਕੇ ਵੀ ਮੇਰੇ ਨਾਲੋਂ ਸਿਆਣਾ ਹੈ। ਕਲਯੁਗ ਕਹਿੰਦਾ ਹੈ ਪੁੱਤਰ ਜਿਹੜਾ ਹੈ ਪਿਤਾ ਨੂੰ ਗਿਆਨ ਦੇਣ ਦਾ ਯਤਨ ਕਰੇਗਾ, ਨੂੰ ਆਪਣੀ ਸੱਸ ਨੂੰ ਗਿਆਨ ਦੇਣ ਦਾ ਯਤਨ ਕਰੇਗੀ। ਸਿੱਖ ਉਪਦੇਛੈ ਗੁਰੂ ਕੋ ਅੰਨ ਅਪਾਵਨ ਖਾਏ। ਫਿਰ ਮਹਾਰਾਜ ਕਲਯੁਗ ਸਤਿਗੁਰੂ ਜੀ ਨੂੰ ਕਹਿੰਦਾ ਹੈ ਕਿ ਜਿਹੜਾ ਗੁਰੂ ਹੈ ਨਾ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਉਪਦੇਸ਼ ਦੇਵੇਗਾ। ਗੁਰੂ ਨੇ ਉਪਦੇਸ਼ ਦੇਣਾ ਹੁੰਦਾ ਹੈ, ਪਰ ਕਲਯੁਗ ਦਾ ਕਹਿੰਦਾ ਮਹਾਰਾਜ ਨੂੰ ਕਹਿੰਦਾ ਐਸਾ ਵਰਤਾਰਾ ਮਹਾਰਾਜ ਵਰਤਾਵਾਂਗਾ ਕਿ ਸਿੱਖ ਜਿਹੜੇ ਆ ਨਾ ਗੁਰੂਆਂ ਨੂੰ ਜਾ ਜਾ ਕੇ ਉਪਦੇਸ਼ ਦੇਣਗੇ। ਤੇ ਮਹਾਰਾਜ ਅੰਨ ਦੇ ਇਸ ਪ੍ਰਕਾਰ ਜਿਹੜੇ ਆ ਪ੍ਰਾਪਤੀ ਦੇ ਹੰਕਾਰ ਵਿੱਚ ਹੀ ਸਾਰੇ ਬੱਝੇ ਰਹਿਣਗੇ। ਭਾਵ ਅੰਨ ਕਿੱਥੋਂ ਪ੍ਰਾਪਤ ਹੋਵੇਗਾ, ਖਾਣ ਨੂੰ ਕਿੱਥੋਂ ਪ੍ਰਾਪਤ ਹੋਵੇਗਾ, ਕਿਸੇ ਕੋਲੋਂ ਮੈਨੂੰ ਕੀ ਮਿਲ ਸਕਦਾ ਹੈ, ਇਸੇ ਹੀ ਸਮਝ ਦੇ ਵਿੱਚ ਬੱਝੇ ਰਹਿਣਗੇ, ਹੋਰ ਕੋਈ ਵੀ ਮਤ ਨਹੀਂ ਉਪਜੇਗੀ। ਨਾਨ ਤਜੈ ਕਾਇਆ ਦੁਖੀ ਖਾਵੇ ਉਹ ਰਜ ਭਾਏ। ਤੇ ਇਹੋ ਜਿਹੇ ਲੱਛਣ ਹੋਣਗੇ ਕਲਯੁਗ ਕਹਿੰਦਾ ਨਹਾਉਣਾ ਤਿਆਗ ਦੇਣਗੇ। ਤੇ ਫਿਰ ਮਹਾਰਾਜ ਸਾਹਿਬ ਜੀ ਨੂੰ ਕਹਿੰਦਾ ਹੈ ਕਿ ਅਨ ਰੁਚੀ ਤੋਂ ਬਿਨਾਂ ਹੀ ਖਾਣਗੇ ਤੇ ਭੈੜੇ ਖਾਣੇ ਨੂੰ ਖਾਣਗੇ, ਤੇ ਖਾਣਗੇ ਵੀ ਰੱਜ ਰੱਜ ਕਰਕੇ ਖਾਣਗੇ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਵੀ ਕਿਹਾ, ਪੇਟ ਭਰਿਓ ਪਸ਼ੂਆ ਜਿਉ ਸੋਇਓ, ਮਾਨਸ ਜਨਮ ਖੋਇਓ। ਮਨੁੱਖ ਜਨਮ ਜਿਹੜਾ ਹੈ ਨਾਸ ਕਰ ਲਿਆ, ਪਸ਼ੂ ਦੀ ਤਰ੍ਹਾਂ ਰੱਜ ਰੱਜ ਕੇ ਖਾ ਲਿਆ ਤੇ ਫਿਰ ਰੱਜ ਰੱਜ ਕੇ ਸੌਂ ਲਿਆ। ਇਹੋ ਜੀ ਜੀਵ ਦੀ ਹਾਲਤ ਹੋਵੇਗੀ। ਕਲਯੁਗ ਕਹਿੰਦਾ ਮਹਾਰਾਜ ਅਨ ਰੁਚੀ, ਜਿਹਦੇ ਵਿੱਚ ਰੁਚੀ ਨਾਮ ਹੀ ਹੋਵੇਗੀ, ਫਿਰ ਵੀ ਉਹਨੂੰ ਖਾ ਲੈਣਗੇ ਪਦਾਰਥ ਨੂੰ, ਤੇ ਖਾਣਗੇ ਵੀ ਰੱਜ ਰੱਜ ਕਰਕੇ। ਜਦੋਂ ਰੱਜ ਕੇ ਖਾਧਾ ਹੋਇਆ ਭੋਜਨ ਸਾਧ ਸੰਗਤ ਜੀ ਅੰਦਰ ਜਾ ਕਰਕੇ ਫਾਇਦੇ ਦੀ ਥਾਂ ਤੇ ਉਹ ਨੁਕਸਾਨ ਕਰਦਾ ਹੈ। ਤੇ ਸੁੱਤਿਆ ਹੋਇਆ ਕਲਯੁਗ ਕਹਿੰਦਾ ਕੋਈ ਵੀ ਅੰਮ੍ਰਿਤ ਵੇਲੇ ਨਹੀਂ ਜਾਗ ਸਕੇਗਾ। ਪ੍ਰੀਤ ਥੋਰ ਖੁਸ਼ ਮਤ ਬਚਨ ਉਦਰ ਭਰਨ ਕੇ ਕਾਜ। ਪ੍ਰੀਤੀ ਥੋੜੀ ਹੋਵੇਗੀ, ਖੁਸ਼ਾਮਦ ਵੱਧ ਹੋਵੇਗੀ। ਪੇਟ ਭਰਨ ਦੇ ਹੀ ਕੰਮ ਸਾਰੇ ਕਰਨਗੇ ਕਿ ਮੇਰਾ ਪੇਟ ਕਿਵੇਂ ਭਰ ਸਕਦਾ ਹੈ। ਪ੍ਰੀਤੀ ਗੁਰੂ ਨਾਲ ਵੀ ਨਹੀਂ ਹੋਵੇਗੀ, ਖੁਸ਼ਾਮਦ ਕਰਨਗੇ ਤੇ ਸਮਰੱਥ ਸਤਿਗੁਰੂ ਦਾ ਦਰ ਛੱਡ ਕਰਕੇ ਬੰਦਿਆਂ ਦੀ ਖੁਸ਼ਾਮਦ ਕਰਨਗੇ, ਉਹਨਾਂ ਦੀ ਚਮਚਾਗਿਰੀ ਕਰਨਗੇ। ਕਲਯੁਗ ਦੇ ਵਿੱਚ ਐਸਾ ਵਰਤਾਰਾ ਵਰਤੇਗਾ ਆਪਣਾ ਪੇਟ ਭਰਨ ਦੇ ਤਾਈਂ ਜਿਨ੍ਹਾਂ ਨੇ ਗਿਆਨ ਦੀ ਗੱਲ ਕਹਿ ਕਰਕੇ ਸਮਝਾਉਣਾ ਸੀ, ਉਪਦੇਸ਼ ਦੇਣਾ ਸੀ, ਉਹਨਾਂ ਧਰਮੀ ਲੋਕਾਂ ਦੀ ਵੀ ਇਹੋ ਜੀ ਹਾਲਤ ਮਹਾਰਾਜ ਮੇਰੇ ਸਮੇਂ ਵਿੱਚ ਹੋ ਜਾਵੇਗੀ। ਚਾਹੀਦਾ ਸੀ ਕਿ ਉਹ ਧਰਮ ਦਾ ਉਪਦੇਸ਼ ਦਿੰਦੇ ਤੇ ਸੰਸਾਰ ਦਾ ਭਲਾ ਹੁੰਦਾ, ਪਰ ਮਹਾਰਾਜ ਉਹ ਵੀ ਪਖੰਡੀ ਹੋ ਜਾਣਗੇ, ਚਮਚਾਗਿਰੀ ਕਰਨਗੇ, ਖੁਸ਼ਾਮਦ ਕਰਨਗੇ ਪੂਰਨ ਗੁਰੂ ਨੂੰ ਛੱਡ ਕਰਕੇ। ਨਾਰੀ ਮਿਲਣਾ ਭੋਗ ਕਬ ਗ੍ਰਹਿ ਗ੍ਰਹਿ ਜੀਏ ਸਾਜ। ਫਿਰ ਸਤਿਗੁਰੂ ਜੀ ਨੂੰ ਕਲਯੁਗ ਕਹਿੰਦਾ ਮਹਾਰਾਜ ਮਨੁੱਖਾਂ ਦੀ ਮੱਤ ਇਹੋ ਜੀ ਮਾਰੀ ਜਾਵੇਗੀ ਜਿਵੇਂ ਸਤਿਗੁਰੂ ਜੀ ਨੂੰ ਭਾਈ ਮਰਦਾਨਾ ਜੀ ਨੇ ਪੁੱਛਿਆ ਸੀ, ਮਹਾਰਾਜ ਨਾਮ ਕਿਉਂ ਨਹੀਂ ਵਸਦਾ ਇਹਨਾਂ ਜੀਵਾਂ ਦੇ ਅੰਦਰ, ਨਾਮ ਦੀ ਐਡੀ ਵੱਡੀ ਮਹਿਮਾ ਮਹਾਰਾਜ ਕਿਉਂ ਨਹੀਂ ਨਾਮ ਜਪਦੇ। ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ, ਮਰਦਾਨਾ ਪਹਿਲਾ ਕਲ ਕਲਵਾਲੀ ਕਾਮ ਮਦ ਮਨੁਆ ਪੀਵਨ ਹਾਰ, ਕ੍ਰੋਧ ਕਟੋਰੀ ਪੀ ਪੀ ਭਰੀ ਪੀ ਲਾਵਾ ਅਹੰਕਾਰ। ਇਹ ਸਤਿਗੁਰੂ ਨੇ ਸ਼੍ਰੀ ਮੁਖ ਵਾਕ ਕਹੇ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਲਯੁਗ ਕਹਿੰਦਾ ਏ, ਸੱਚੇ ਪਾਤਸ਼ਾਹ ਜਿਹੜੇ ਮਰਦ ਹੋਣਗੇ ਨਾ ਇਹ ਇਸਤਰੀ ਦੇ ਵਕਾਰਾਂ ਵਾਲੀਆਂ ਹੀ ਗੱਲਾਂ ਰਾਤ ਦਿਨ ਕਰਦੇ ਰਹਿਣਗੇ। ਵਕਾਰਾਂ ਦੀਆਂ ਹੀ ਮਹਾਰਾਜ ਇਹਨਾਂ ਦੇ ਅੰਦਰ ਵਾਸ਼ਨਾਵਾਂ ਸਦਾ ਹੀ ਮੈਂ ਚਲਾਵਾਂਗਾ। ਕੋਈ ਵੀ ਇਹਨਾਂ ਨੂੰ ਹੋਰ ਜਿਹੜੀ ਆ ਸੁੱਧ ਨਹੀਂ ਰਹਿਣ ਦੇਵਾਂਗਾ। ਰਾਤ ਦਿਨ ਹੀ ਇਸਤਰੀ ਦੇ ਮਿਲਾਪ ਦੇ ਸੰਕਲਪ ਇਹਨਾਂ ਦੇ ਮਨ ਦੇ ਅੰਦਰ ਫੁਰਦੇ ਰਹਿਣਗੇ। ਵੇਦ ਵੇਚਦੇ ਵੇਦ ਧਰ ਭੂਮ ਵੇਚਦੇ ਛਤਰ। ਛਤਰੀ ਆਦਿਕ ਧਰਤੀ ਵੇਚਣ ਲੱਗ ਪੈਣਗੇ। ਜਿਨ੍ਹਾਂ ਵੇਦਾਂ ਦਾ ਉਪਦੇਸ਼ ਪੜ ਪੜ ਕੇ ਬ੍ਰਾਹਮਣ ਸੁਣਾਉਂਦੇ ਨੇ, ਵੇਦਾਂ ਨੂੰ ਵੇਚ ਵੇਚ ਕਰਕੇ ਹੀ ਤੇ ਸਮੇਂ ਰੋਟੀ ਖਾਣ ਲੱਗ ਜਾਣਗੇ। ਆਪਣੀਆਂ ਧਾਰਮਿਕ ਪੁਸਤਕਾਂ ਨੂੰ ਹੀ ਵੇਚਣ ਲੱਗ ਜਾਣਗੇ। ਇਹੋ ਜਿਹੇ ਪਾਪ ਹੋਣਗੇ। ਸਤ ਸੰਗਤ ਜੀ, ਇਹੋ ਜਿਹੇ ਪਾਪ ਇਸ ਕਲਯੁਗ ਦੇ ਵਿੱਚ ਵਰਤ ਰਹੇ ਆ। ਅਖਬਾਰਾਂ ਭਰੀਆਂ ਆਉਂਦੀਆਂ, ਅੱਖਾਂ ਨਾਲ ਵੇਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ,
ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਇਸ਼ਟ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਵੱਧ ਕੇ ਤਾਂ ਸਿੱਖ ਵਾਸਤੇ ਕੋਈ ਚੀਜ਼ ਨਹੀਂ ਨਾ ਹੋ ਸਕਦੀ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੇ ਵਿੱਚ ਡਰੱਗਾਂ ਪਾ ਕਰਕੇ ਸਮਗਲਿੰਗ ਕਰਦੇ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਥੱਲੇ ਸ਼ਰਾਬ ਲਿਆ ਕਰਕੇ ਸਮਗਲਿੰਗ ਕਰਦੇ ਆ। ਦਿਨ ਆਏ ਅਖਬਾਰਾਂ ਵਿੱਚ ਇਹੋ ਜੀਆਂ ਖਬਰਾਂ ਆਉਂਦੀਆਂ। ਵੈਨਕੂਵਰ ਦੇ ਬਾਰਡਰ ਦੇ ਉੱਤੇ ਸਾਧ ਸੰਗਤ ਜੀ ਸਿੱਖੀ ਸਰੂਪ ਵੇਖ ਕੇ ਕਦੇ ਕੋਈ ਵੀ ਚੈਕਿੰਗ ਨਹੀਂ ਸੀ ਕਰਦਾ। ਸਰੂਪ ਵੇਖ ਕਰਕੇ ਹੀ ਲੰਘਾ ਦਿੰਦੇ ਸੀ, ਕਿਉਂਕਿ ਉਹਨਾਂ ਨੂੰ ਸਿੱਖ ਧਰਮ ਦੀ ਬਾਬਤ ਥੋੜਾ ਪਤਾ ਸੀ, ਗਿਆਨ ਸੀ। ਪਰ ਜਦੋਂ ਸਿੱਖਾਂ ਨੇ ਇਹੋ ਜਿਹੇ ਕੰਮ ਆਰੰਭੇ ਕਿ ਸੋਹਣਾ ਦਾੜਾ ਬਾਹਰ ਪ੍ਰਕਾਸ਼ ਹੈ, ਉਤੋਂ ਕਿਰਪਾਨ ਵੀ ਧਾਰਨ ਕੀਤੀ ਹੋਈ ਹੈ, ਪਰ ਟਰੱਕ ਦੇ ਵਿੱਚ ਤਾਂ ਡਰੱਗ ਆਦਿਕ ਪਾਈ ਹੋਈ ਹੈ, ਸਮਗਲਿੰਗ ਕਰਨ ਦਾ ਨਸ਼ਾ ਆਦਿਕ ਦੇ ਸਮਾਨ ਲੱਦੇ ਹੋਏ ਹੈ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵਿੱਚ ਸਮਗਲਿੰਗ ਕਰਦੇ ਇਸ ਬਾਰਡਰ ਦੇ ਉੱਤੇ ਵੀ ਸਿੱਖ ਫੜੇ ਗਏ ਸਨ। ਇਹੋ ਜੀ ਹਾਲਤ ਹੈ। ਕਲਯੁਗ ਕਹਿੰਦਾ ਮਹਾਰਾਜ ਇਹੋ ਜਿਹਾ ਵਰਤਾਰਾ ਵਰਤਾ ਦਿਆਂਗਾ, ਧਰਮ ਦਾ ਨਾਮ ਨਹੀਂ ਕਿਤੇ ਛੱਡਾਂਗਾ। ਕੋਈ ਵੀ ਮਹਾਰਾਜ ਸੱਚੇ ਪਾਤਸ਼ਾਹ ਧਰਮੀ ਨਹੀਂ ਰਹੇਗਾ। ਧਾਰਮਿਕ ਲੋਕ ਵੀ ਜਿਹੜੇ ਆ ਨਾ, ਉਹ ਬਾਹਰੋਂ ਧਾਰਮਿਕ ਦਿਸਣਗੇ, ਅੰਦਰ ਉਹਨਾਂ ਦੇ ਧਰਮ ਨਹੀਂ ਮੈਂ ਰਹਿਣ ਦਿਆਂਗਾ। ਧਾਰਮਿਕ ਪੁਸਤਕਾਂ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਨਗੇ। ਘਰ ਵੇਚੇ ਬਣੀਏ ਬਹੁਤ, ਸ਼ੂਦਰ ਵੇਚਦੇ ਪੁੱਤਰ। ਸ਼ੂਦਰ ਆਦਿਕ ਆਪਣੀ ਔਲਾਦ ਨੂੰ ਹੀ ਵੇਚ ਦੇਣਗੇ, ਬਾਣੀਏ ਘਰਾਂ ਨੂੰ ਵੇਚ ਕਰਕੇ ਤੇ ਸਮੇਂ ਰੁਲਣਗੇ। ਇਹੋ ਜਿਹਾ ਸਮਾਂ ਹੋਵੇਗਾ। ਭੁੱਖੇ ਮਰਤੇ ਕਾਮ ਬਿਨ, ਭਗਵਾ ਕਰਕੇ ਭੇਖ। ਕੰਮ ਨਹੀਂ ਕਰਨਗੇ ਤੇ ਕੰਮ ਤੋਂ ਬਿਨਾਂ ਭੁੱਖੇ ਮਰਨਗੇ, ਤੇ ਜਦੋਂ ਭੁੱਖੇ ਮਰਨਗੇ ਫਿਰ ਭਗਵਾਨ ਵੇਸ ਬਣਾ ਕੇ ਸੰਤ ਬਣ ਜਾਣਗੇ, ਸਾਧ ਬਣ ਜਾਣਗੇ। ਅਸੀਂ ਤਾਂ ਸੰਤ ਹੁੰਨੇ ਆ। ਜਿਹੜਾ ਚਾਹ ਸ਼ਫੇਰਿਓਂ ਨਿਕੰਮਾ ਹੋ ਜਾਵੇ, ਕੋਈ ਕੰਮ ਨਹੀਂ ਕਰ ਸਕਦਾ, ਉਹ ਕਹਿੰਦੇ ਪੰਜਾਬ ਦੀ ਧਰਤੀ ਤੇ ਫਿਰ ਹੁਣ ਸੰਤ ਹੀ ਬਣ ਜਾਓ, ਹੋਰ ਨਹੀਂ ਕੁਝ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ, ਇਹੋ ਜਿਹੇ ਹਾਲਾਤ ਸਾਡੀ ਦੇਸ਼ ਦੀ ਧਰਤੀ ਦੇ ਹੋ ਚੁੱਕੇ ਆ। ਜਿਹੜਾ ਚਾਰ ਸ਼ਫੇਰਿਓਂ ਨਿਕੰਮਾ ਹੋਵੇ, ਕੋਈ ਆਪਣੀ ਖੇਤੀਬਾੜੀ ਨਹੀਂ ਕਰ ਸਕਿਆ, ਕੋਈ ਕੰਮਕਾਰ ਨਹੀਂ ਕਰ ਸਕਿਆ, ਤਾਂ ਘਰ ਵਾਲੇ ਉਹਨੂੰ ਕਹਿੰਦੇ ਆ ਜਾ ਤੂੰ ਹੁਣ ਪਾਠ ਹੀ ਕਰਨ ਲੱਗ ਜਾ, ਫਿਰ ਹੋਰ ਨਹੀਂ ਕੁਝ ਕਰ ਸਕਦਾ। ਤਾਂ ਇਹੋ ਜਿਹੇ ਹਾਲਾਤ ਨੇ। ਤੇ ਪਾਠ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬਹਿ ਕਰਕੇ ਇਹੋ ਜਿਹੇ ਲੋਕ ਕਰਦੇ ਆ। ਫਿਰ ਤਾਬਿਆ ਬੈਠਿਆਂ ਹੋਇਆਂ ਹੀ ਪੈਸੇ ਚੱਕ ਲੈਂਦੇ ਆ, ਤਾਬਿਆ ਵੀ ਆਣ ਕੇ ਬਹਿੰਦੇ ਆ ਤੇ ਸ਼ਰਾਬ ਪੀ ਕੇ ਬਹਿੰਦੇ ਆ। ਇਹੋ ਜੀ ਹਾਲਤ ਹੈ। ਗਿਰਾਵਟ ਇੰਨੀ ਆ ਚੁੱਕੀ ਹੈ। ਸਾਧ ਸੰਗਤ ਜੀ, ਇਹ ਕੋਈ ਹੋਰ ਥਾਵਾਂ ਦੀਆਂ ਕਥਾ ਕਹਾਣੀਆਂ ਨਹੀਂ, ਤੁਹਾਡੇ ਹੀ ਸਮਾਜ ਵਿੱਚ ਇਹ ਸਾਧ ਸੰਗਤ ਜੀ ਸਭ ਕੁਝ ਹੋ ਰਿਹਾ ਹੈ। ਤੇ ਕਲਯੁਗ ਕਹਿੰਦਾ ਮਹਾਰਾਜ ਐਸਾ ਵਰਤਾਰਾ ਵਰਤਾ ਦਿਆਂਗਾ, ਬਾਹਰੋਂ ਵੇਖਣ ਨੂੰ ਤਾਂ ਧਰਮੀ ਲੱਗਣਗੇ, ਪਰ ਧਰਮ ਉਹਨਾਂ ਦੇ ਅੰਦਰ ਨਹੀਂ ਹੋਵੇਗਾ। ਜਟਾ ਬੰਦ ਕਰਤੇ ਸੁਰਸ, ਮਿਰਗਸ਼ਾਲਾ ਪਰ ਵੇਖ। ਬਾਹਰੋਂ ਤਾਂ ਜਟਾਵਾਂ ਬਣਾਈਆਂ ਹੋਣਗੀਆਂ ਤੇ ਮਿਰਗਸ਼ਾਲਾ ਵੀ ਵਿਛਾਈ ਹੋਵੇਗੀ, ਵਿਸ਼ੇਸ਼ ਕਰਕੇ ਕਿ ਬੜਾ ਤਪਸਵੀ ਹੈ। ਪਰ ਮਹਾਰਾਜ ਬਿਰਤੀ ਨਹੀਂ ਮੈਂ ਕਿਸੇ ਦੀ ਲੱਗਣ ਦਿਆਂਗਾ, ਧਿਆਨ ਨਹੀਂ ਮੈਂ ਕਿਸੇ ਦਾ ਟਿਕਣ ਦੇਵਾਂਗਾ। ਲੋਕਨ ਕੋ ਐਸੇ ਕਹੇ, ਸੰਤ ਸੰਗ ਹੋਵੇ ਭਾਗ। ਤੇ ਲੋਕਾਂ ਨੂੰ ਤੇ ਇਉਂ ਕਹਿਣਗੇ, ਉਪਦੇਸ਼ ਦੇਣਗੇ ਕਿ ਭਾਗਾਂ ਨਾਲ ਸੰਗਤ ਪ੍ਰਾਪਤ ਹੁੰਦੀ ਹੈ, ਸੰਗਤ ਕਰਨੀ ਚਾਹੀਦੀ ਹੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਓ। ਇਉਂ ਲੋਕਾਂ ਨੂੰ ਕਹਿ ਕੇ ਤਾਂ ਸੰਗਤ ਕਰਨ ਦਾ ਉਪਦੇਸ਼ ਦੇਣਗੇ, ਪਰ ਆਪਣੀ ਹਾਲਤ ਕੀ ਹੋਵੇਗੀ ਕਲਯੁਗ ਦੱਸਦਾ ਹੈ। ਆਪ ਨਰਕ ਅਵਰਨ ਨਰਕ ਕਰਨੀ ਪਰੋਂ ਨ ਲਾਗ। ਮਹਾਰਾਜ ਸ਼ੁਭ ਕਰਨੀ ਉਹਨਾਂ ਦੇ ਨੇੜੇ ਨਹੀਂ ਆਉਣ ਦਿਆਂਗਾ। ਆਪ ਨਰਕਾਂ ਦੇ ਗਾਮੀ ਹੋਣਗੇ ਤੇ ਹੋਰਨਾਂ ਨੂੰ ਨਰਕਾਂ ਵਿੱਚ ਪਾਉਣ ਦਾ ਕਾਰਨ ਬਣਨਗੇ। ਲੋਕਨ ਕੋ ਬਚਨ ਕਰੈ, ਕਥਾ ਗਿਆਨ ਕੀ ਬਾਤ। ਲੋਕਾਂ ਦੇ ਤਾਈਂ ਤਾਂ ਬਚਨ ਕਰਨਗੇ ਤੇ ਗਿਆਨ ਦੀਆਂ ਗੱਲਾਂ ਕਹਿ ਕੇ ਦੱਸਣਗੇ। ਜਿਹੜਾ ਸਾਧ ਸੰਗਤ ਜੀ ਬਿਨਾਂ ਹੀ ਕਿਸੇ ਦੇ ਪੁੱਛੇ ਤੋਂ ਗਿਆਨ ਦੀ ਗੱਲ ਦੱਸੀ ਜਾਵੇ, ਉਹਦੇ ਆਪਣੇ ਅੰਦਰ ਹੀ ਗਿਆਨ ਨਹੀਂ ਹੁੰਦਾ, ਉਹ ਤਾਂ ਆਪਣਾ ਫੋਕਾ ਹੀ ਗਿਆਨ ਝਾੜ ਰਿਹਾ ਹੁੰਦਾ ਹੈ। ਸਤਿਗੁਰੂ ਜੀ ਨੂੰ ਕਲਯੁਗ ਕਹਿੰਦਾ ਮਹਾਰਾਜ ਆਪ ਤਾਂ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੋਵੇਗਾ, ਪਰ ਲੋਕਾਂ ਨੂੰ ਗਿਆਨ ਦੀਆਂ ਗੱਲਾਂ ਕਹਿ ਕਰਕੇ ਦੱਸਣਗੇ। ਜੇ ਸਾਧ ਸੰਗਤ ਜੀ ਕਿਸੇ ਨੂੰ ਕੋਈ ਛੋਟੀ ਜੀ ਬਿਮਾਰੀ ਹੋ ਜਾਵੇ ਨਾ, ਤੇ ਆਂਢ ਗੁਆਂਢ ਚੋਂ ਵੀ ਆ ਕਰਕੇ ਸਾਰੇ ਹੀ ਇਲਾਜ ਦੱਸ ਦਿੰਦੇ ਆ। ਕੋਈ ਕਹਿੰਦਾ ਤੂੰ ਕੁਝ ਖਾ ਲੈ, ਕੋਈ ਕਹਿੰਦਾ ਤੂੰ ਕੁਝ ਖਾ ਲੈ, ਮੁਫਤ ਦੇ ਵਿੱਚ ਹੀ ਸਲਾਹਾਂ ਦੇਈ ਜਾਂਦੇ। ਆਪ ਭਾਵੇਂ ਕੁਝ ਵੀ ਕਮਾ ਕੇ ਨਾ ਵੇਖਿਆ ਹੋਵੇ, ਨਾ ਕਿਸੇ ਡਾਕਟਰ ਦੀ ਡਿਗਰੀ ਆ ਕੋਲ, ਨਾ ਕੋਈ ਹੋਮੋਪੈਥਿਕ ਦੀ ਡਿਗਰੀ ਕੀਤੀ ਆ, ਨਾ ਵੈਦਿਕ ਦਾ ਕੋਈ ਅਭਿਆਸ ਕੀਤਾ, ਪਰ ਫ੍ਰੀ ਵਿੱਚ ਹੀ ਸਲਾਹਾਂ ਦਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਉਹਨਾਂ ਆਪਣੇ ਕੋਲ ਤਾਂ ਕੁਝ ਵੀ ਨਹੀਂ ਹੋਵੇਗਾ, ਗਿਆਨ ਦੀਆਂ ਗੱਲਾਂ ਕੱਥ ਕੇ ਦੱਸਣਗੇ, ਅੰਦਰੋਂ ਫੋਕੇ ਹੋਣਗੇ। ਫਿਰ ਤਨ ਲੋਚਨ ਜਲ ਸ਼ਰਬਤ, ਕਪਟੀ ਅਦਕ ਸੁਹਾਤ। ਮਹਾਰਾਜ ਨੂੰ ਕਲਯੁਗ ਕਹਿੰਦਾ ਜਿਹੜਾ ਕਪਟੀ ਹੋਵੇਗਾ ਨਾ, ਉਹਦੀ ਕੀ ਹਾਲਤ ਹੋਵੇਗੀ। ਕਲਯੁਗ ਕਹਿੰਦਾ ਉਹ ਲੋਕਾਂ ਨੂੰ ਨਾ ਬਾਹਰੋਂ ਆਪਣੀਆਂ ਅੱਖਾਂ ਵਿੱਚੋਂ ਬਰਾਗ ਦੇ ਹੰਝੂ ਵਗਾ ਵਿਖਾਵੇਗਾ, ਤੇ ਸਿਰ ਜਿਹੜਾ ਹੈ ਘੁਮਾਵੇਗਾ ਬੜੇ ਜ਼ੋਰ ਦੇ ਨਾਲ।
ਕਿ ਬੜਾ ਮੈਨੂੰ ਆਨੰਦ ਆ ਰਿਹਾ ਹੈ। ਕਲਯੁਗ ਕਹਿੰਦਾ ਮਹਾਰਾਜ ਉਹ ਵੱਧ ਕਪਟੀ ਹੋਵੇਗਾ। ਇਹ ਲੱਛਣ ਮੈਂ ਪ੍ਰਗਟ ਕਰਾਂਗਾ। ਕਲਯੁਗ ਜਿਹੜਾ ਹੈ ਸਤਿਗੁਰੂ ਜੀ ਨੂੰ ਇਉਂ ਲੱਛਣ ਦੱਸ ਰਿਹਾ ਆਪਣੇ ਰਾਜਕਾਲ ਸਮੇਂ ਦੇ। ਤੇ ਸਾਧ ਸੰਗਤ ਜੀ ਇਸੇ ਸਮੇਂ ਵਿੱਚ ਅਸੀਂ ਜਿਉ ਰਹੇ ਹਾਂ। ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਕਲਯੁਗ ਨੂੰ ਸੰਬੋਧਨ ਹੋ ਕਰਕੇ ਕਹਿਣਗੇ, ਕਲਯੁਗ ਸਾਡਾ ਖਾਲਸਾ ਇਸੇ ਹੀ ਰਾਜ ਕਰੇਗਾ ਤੇਰੇ ਸਮੇਂ ਦੇ ਵਿੱਚ। ਖਾਲਸਾ ਕਿਹੋ ਜਿਹਾ ਨਿਰੋਲ ਹੋਵੇਗਾ, ਉਹ ਵੀ ਸਤਿਗੁਰੂ ਜੀ ਕੁਝ ਚੰਦ ਬਚਨ ਕਲਯੁਗ ਦੇ ਪ੍ਰਥਾਏ ਜੋ ਕਹਿਣਗੇ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਲੋਕਨ ਕੋ ਬਚਨ ਕਰੈ ਕਥਾ ਗਿਆਨ ਕੀ ਬਾਤ, ਫਿਰ ਤਨ ਲੋਚਨ ਜਲ ਸ਼ਰਬਤ ਕਪਟੀ ਅਦਕ ਸੁਹਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ